सत श्री अकाल बच्चों, अज असी करांगे पंजाबी ग्रामर विच लिपि। सब तो पहला करांगे परिभाषा। भाषा जां बोली नूं लिखती रूप देण लई जिहड़े अखरां अते चिन्हां दी वरतों कीती जांदी है उन्हां नूं की आखिया जांदा है? लिपि आखिया जांदा है। जदों असी कोई भी भाषा जां बोली नूं लिखण वास्ते प्रयोग करते हाँ तो सानू कुछ सिंबल्स की जरूरत पैंदी है, कुछ वर्ड्स की जरूरत पैंदी है ते उन्हां दे समूह नूं ही असी की आखदे हाँ? लिपि आखदे हाँ। हर भाषा की अपनी अपनी लिपि होंदी है। पंजाबी भाषा की लिपि गुरमुखी है। इसी तरह हिंदी भाषा की लिपि देवनागरी ते अंग्रेजी की लिपि रोमन है। गुरमुखी लिपि के अंग हेठ लिखे अनुसार हैं। पहली है वर्णमाला। गुरमुखी अखरां की निश्चित तरतीब नूं गुरमुखी वर्णमाला आखदे हन। जदों असी गुरमुखी अखरां नूं एक निश्चित तरतीब विच लिखदे हां तां ओह की बन जांदी है? वर्णमाला। गुरमुखी वर्णमाला ਦੇ ਪਹਿਲਾਂ 35 ਅੱਖਰ ਹੋਣ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ ਤੇ ਹੁਣ ਇਸ ਵਿੱਚ ਹੋਰ ਵੀ ਧੁਨੀਆਂ ਸ਼ਾਮਿਲ ਹੋ ਗਈਆਂ ਹਨ। ਬਾਅਦ ਵਿੱਚ ਅਰਬੀ ਤੇ ਫਾਰਸੀ ਧੁਨੀਆਂ ਦੇ ਉਚਾਰਨ ਲਈ 6 ਅੱਖਰ ਹੋਰ ਸ਼ਾਮਿਲ ਕਰ ਲਏ ਗਏ। ਇਸ ਨਾਲ ਗੁਰਮੁਖੀ ਵਰਣਮਾਲਾ ਦੇ ਹੁਣ ਕਿੰਨੇ ਅੱਖਰ ਹੋ ਗਏ ਹਨ? 41। ਪਹਿਲਾਂ ਕਿੰਨੇ ਸੀ? 35 ਤੇ ਹੁਣ ਕਿੰਨੇ ਹਨ? 41। ਇਸ ਦੇ ਮੁੱਖ ਵਰਗ ਪੜਾਂਗੇ। ਇਸ ਦੇ पहला मुख वर्ग पढ़ांगे ऊड़ा ऐड़ा ईड़ी सस्सा हाहा। फिर इसका आएगा कक्का वर्ग। कक्का वर्ग च की आएगा? कक्का खक्खा गग्गा अंगा। ते अगे आएगा चच्चा वर्ग। चच्चा छच्छा जज्जा अइयां। ते अगे आएगा टैंका वर्ग। टैंका ठट्ठा डड्डा ढड्डा नाना। ते अगे आएगा तत्ता वर्ग। तत्ता थत्था दद्दा धद्दा नन्ना। ते पप्पा वर्ग। पप्पा फफ्फा बब्बा भब्बा मम्मा। अंतिम वर्ग विच की आएगा? इया रारा लल्ला वावा राड़ा। ते नवीन वर्ग कौन सा है? जिस विच 6 अखर शामिल होए हैं जिन्हां नाल गुरमुखी दे अखर किन्ने बने हैं? 41। ते ओह किहड़े हैं? सस्से पैर बिंदी, खक्के पैर बिंदी, गग्गे पैर बिंदी, जज्जे पैर बिंदी, फफे पैर बिंदी ते लल्ले पैर बिंदी। ते अगे अगे है जी स्वर। ਇਹ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਵੀ ਰੁਕਾਵਟ ਨਹੀਂ ਪਾਉਂਦੇ ਤੇ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹਾਂ ਤਾਂ ਸਾਡੇ ਜੋ ਉਚਾਰਨ ਕਰਨ ਵਾਲੇ ਅੰਗ ਹਨ ਉਹਨਾਂ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਆਵਾਜ਼ ਬਿਨਾਂ ਰੁਕਾਵਟ ਮੂੰਹੋਂ ਬਾਹਰ ਨਿਕਲਦੀ ਹੈ। ਜਿਵੇਂ ਊੜਾ ਆੜਾ ਈੜੀ 3 ਸਵਰ ਹਨ ਪਰ ਉਚਾਰਨ ਪੱਖੋਂ ਸਵਰ ਧੁਨੀਆਂ ਕਿੰਨੀਆਂ ਹਨ? 10 ਹਨ। ਜਦੋਂ ਅਸੀਂ ਇਹਨਾਂ ਨਾਲ ਲਗਾਂ ਦੀ ਮਾਤਰਾਵਾਂ ਦੀ ਵਰਤੋਂ ਕਰਦੇ ਹਨ ਤਾਂ ਇਹ ਕਿੰਨੀ ਬਣ ਜਾਂਦੀਆਂ ਹਨ? 10। ਅੱਗੇ ਹੈ ਵਿਅੰਜਨ। ਇਹ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ। ਇਹਨਾਂ ਨੂੰ ਬੋਲਦੇ ਸਮੇਂ ਜੀਭ ਤਾਲੂ ਨਾਲ ਜਾਂ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ ਜਾਂ ਬੁੱਲ ਆਪਸ 'ਚ ਛੂੰਹਦੇ ਹਨ। ਤਿੰਨਾਂ ਸਵਰਾਂ ਅੱਖਰਾਂ ਊੜਾ ਐੜਾ ਈੜੀ ਨੂੰ ਛੱਡ ਕੇ ਬਾਕੀ ਸਾਰੇ ਸੱਸੇ ਤੋਂ ਲੱਲੇ ਤੱਕ 38 ਕੀ ਹਨ? ਵਿਅੰਜਨ ਹਨ। ਸਿਰਫ ਉਹ 3 ਸਵਰ ਜੇ ਅਸੀਂ ਛੱਡ ਦਈਏ ਤਾਂ ਬਾਕੀ ਕੀ ਹਨ? ਵਿਅੰਜਨ। ਅੱਗੇ ਹੈ ਜੀ ਅਨੁਨਾਸਿਕੀ ਵਿਅੰਜਨ। ਇਹ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਇਹਨਾਂ ਦੀ ਗਿਣਤੀ ਕਿੰਨੀ ਹੈ? 5। ਠੀਕ ਹੈ ਜੀ। ਇਹ ਕਿਹੜੇ ਹਨ? ਜਿਨ੍ਹਾਂ ਨੂੰ ਜਦੋਂ ਅਸੀਂ ਬੋਲਦੇ ਹਾਂ ਤਾਂ ਇਹਨਾਂ ਦੀ ਆਵਾਜ਼ ਕਿੱਥੋਂ ਨਿਕਲਦੀ ਹੈ? ਨੱਕ ਵਿੱਚੋਂ। ਇਹ ਕਿਹੜੇ ਹਨ? ਅੰਗਾ ਅਈਆਂ ਨਾਣਾ ਨੰਨਾ ਮੰਮਾ। ਠੀਕ ਹੈ ਜੀ। ਇਹ 5 ਕੀ ਹਨ? ਅਨੁਨਾਸਿਕ ਵਿਅੰਜਨ। ਤੇ 5ਵੇਂ ਨੰਬਰ ਤੇ ਆਉਂਦੇ ਹਨ ਦੂਤ ਅੱਖਰ। ਇਹ ਉਹ ਅੱਖਰ ਹਨ ਜਿਨ੍ਹਾਂ ਦੇ ਮੇਲ ਤੋਂ ਇੱਕ ਨਵਾਂ ਅੱਖਰ ਬਣਦਾ ਹੈ। ਦੂਤ ਅੱਖਰ ਅਖਵਾਉਂਦਾ ਹੈ। ਇਹਨਾਂ ਦੋਵਾਂ ਅੱਖਰਾਂ ਵਿੱਚੋਂ ਇੱਕ ਅੱਖਰ ਦੂਜੇ ਅੱਖਰ ਦੇ ਕੀ ਹੁੰਦਾ ਹੈ? ਪੈਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਦੋਵੇਂ ਅੱਖਰ ਮਿਲ ਕੇ ਇੱਕੋ ਆਵਾਜ਼ ਪੈਦਾ ਕਰਦੇ ਹਨ। ਇਹਨਾਂ ਦੀ ਗਿਣਤੀ ਕਿੰਨੀ ਹੈ ਜੀ? 3। ਆਹਾ ਰਾਰਾ ਵਾਵਾ। ਇਹ ਕਿਹੜੇ ਅੱਖਰ ਹੁੰਦੇ ਹਨ? ਜਿਹੜੇ ਇੱਕ ਅੱਖਰ ਦੇ ਪੈਰ ਵਿੱਚ ਪੈਂਦੇ ਹਨ। ਠੀਕ ਹੈ ਜੀ। ਅੱਗੇ ਹੈ ਜੀ ਲਗਾਂ। ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਆਖਦੇ ਹਨ। ਉਹਨਾਂ ਦੀ ਵਰਤੋਂ ਅੱਖਰਾਂ ਨਾਲ ਕੀਤੀ ਜਾਂਦੀ ਹੈ। ਅੱਖਰਾਂ ਤੋਂ ਬਿਨਾਂ ਲਗਾਂ ਦਾ ਕੋਈ ਵੀ ਮਹੱਤਵ ਨਹੀਂ ਹੁੰਦਾ। ਇਹਨਾਂ ਦੀ ਗਿਣਤੀ ਕਿੰਨੀ ਹੈ ਜੀ? 10 ਹੈ। ਠੀਕ ਹੈ। ਮੁਕਤਾ ਹੁੰਦੀ ਹੈ ਜੀ ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਘਨੌੜਾ। ਇਹ 10 ਮਾਤਰਾਵਾਂ ਹਨ, ਲਗਾਂ ਹਨ।
ਅੱਗੇ ਹੈ ਜੀ ਲਗਾਖਰ। ਜਿਹੜੇ ਚਿੰਨ੍ਹ ਲਗਾਂ ਦੇ ਨਾਲ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਆਖਦੇ ਹਨ? ਲਗਾਖਰ ਆਖਦੇ ਹਨ। ਇਹਨਾਂ ਦੀ ਗਿਣਤੀ ਕਿੰਨੀ ਹੈ? 3। ਬਿੰਦੀ, ਟਿੱਪੀ ਤੇ ਅੱਧਕ। ਅੱਧਕ ਕਦੋਂ ਵਰਤਿਆ ਜਾਂਦਾ ਹੈ? ਜਦੋਂ ਅਸੀਂ ਕਿਸੇ ਅਕਸ਼ਰ ਦੀ ਅੱਧੀ ਆਵਾਜ਼ ਨੂੰ ਲਿਖਣਾ ਹੋਵੇ। ਹਿੰਦੀ ਵਿੱਚ ਅਸੀਂ ਅੱਧਾ ਅਕਸ਼ਰ ਲਿਖ ਦਿੰਦੇ ਹਾਂ, ਪਰ ਪੰਜਾਬੀ 'ਚ ਅੱਧਾ ਅੱਖਰ ਨਹੀਂ ਲਿਖਿਆ ਜਾਂਦਾ, ਉਸ ਲਈ ਕੀ ਵਰਤਿਆ ਜਾਂਦਾ ਹੈ? ਅੱਧਕ। ਇਹ ਸੀ ਅੱਜ ਦਾ ਕੰਮ ਤੇ ਇਸ ਨੂੰ ਤੁਸੀਂ ਪੜ੍ਹਨਾ ਹੈ, ਯਾਦ ਕਰਨਾ ਹੈ ਤੇ ਆਪਣੀ ਕਾਪੀਆਂ ਵਿੱਚ ਲਿਖਣਾ ਹੈ। ਧੰਨਵਾਦ।